ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਜਗਦੇਵ ਸਿੰਘ ਗਰੇਵਾਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। सरदार जगदेव सिंह गरेवाल होना दा जन्म पाकिस्तान विखे 13 अगस्त 1927 ਨੂੰ ਜ਼ਿਲ੍ਹਾ ਮਿੰਟਗੋਮਰੀ ਦੇ ਚੱਕ ਨੰਬਰ 5 ਵਿਖੇ ਪਿਤਾ ਸਰਦਾਰ ਬਲਵੰਤ ਸਿੰਘ ਹੋਣਾ ਦੇ ਘਰ ਮਾਤਾ ਸ਼ਾਮ ਕੌਰ ਹੋਣਾ ਦੀ ਕੁੱਖੋਂ ਹੋਇਆ। ਆਪ ਜੀ ਹੁਣੀ 5 ਭਰਾ ਅਤੇ 1 ਭੈਣ ਸੀ। ਸਰਦਾਰ ਜਗਦੇਵ ਸਿੰਘ ਜੀ ਖੁੱਲੇ ਸੁਭਾਅ ਦੇ ਮਾਲਕ ਸਨ। ਆਪ ਜੀ ਨੂੰ ਹੱਥੀਂ ਕਿਰਤ ਕਰਨਾ ਬਹੁਤ ਪਸੰਦ ਸੀ। ਆਪ ਜੀ ਦਾ ਬਚਪਨ ਪਾਕਿਸਤਾਨ ਵਿੱਚ ਬੀਤਿਆ। ਆਪ ਜੀ ਨੇ ਲਾਹੌਰ ਵਿੱਚ ਰਹਿ ਕੇ 9ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਤੇ ਨਾਲ ਹੀ ਆਪ ਜੀ ਖੇਤੀ ਦਾ ਕੰਮ ਵੀ ਕਰਿਆ ਕਰਦੇ ਸਨ। ਆਪ ਜੀ ਸਮੇਂ ਦੇ ਬਹੁਤ ਪਾਬੰਦ ਸਨ। ਜਦੋਂ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ ਤਾਂ ਉਸ ਵਕਤ ਆਪ ਜੀ ਦੀ ਉਮਰ 20 ਸਾਲ ਦੀ ਸੀ ਤੇ ਇਹ ਸਾਰਾ ਬਟਵਾਰਾ ਆਪ ਜੀ ਨੇ ਅੱਖੀਂ ਦੇਖਿਆ ਤੇ ਆਪ ਜੀ ਆਪਣੀ ਮਾਤਾ ਸ਼ਾਮ ਕੌਰ, ਭਰਾ ਗੁਰਦੇਵ ਸਿੰਘ ਅਤੇ ਭੈਣ ਅਮੀਰ ਕੌਰ ਤੇ ਜਗੀਰ ਕੌਰ ਦੇ ਨਾਲ ਭਾਰਤ ਆ ਗਏ। ਵੱਡੇ ਹੋਣ ਕਰਕੇ ਆਪ ਜੀ ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ ਤੇ ਭਾਰਤ ਪਾਕਿਸਤਾਨ ਵੰਡ ਦੀਆਂ ਗੱਲਾਂ ਆਪ ਅਕਸਰ ਹੀ ਆਪਣੇ ਪਰਿਵਾਰ ਨਾਲ ਸਾਂਝੀਆਂ ਕਰਿਆ ਕਰਦੇ ਸਨ। ਆਪਣੇ ਪਰਿਵਾਰ ਦੀ ਪਿਰਤ ਨੂੰ ਪਾਲਦਿਆਂ ਸਨ 1949 ਵਿੱਚ ਆਪ ਜੀ ਫੌਜ ਵਿੱਚ ਭਰਤੀ ਹੋਏ। ਇੱਥੇ ਆਪ ਜੀ ਟੈਂਕ ਚਲਾਇਆ ਕਰਦੇ ਸਨ। ਆਪ ਜੀ ਨੇ ਲੇਹ ਲਦਾਖ ਦੀਆਂ ਬਰਫੀਲੀਆਂ ਪਹਾੜੀਆਂ ਤੇ ਵੀ ਸੇਵਾ ਨਿਭਾਈ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਆਪ ਜੀ ਦੇ ਸੁਪੁੱਤਰ ਵੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ। ਆਪ ਜੀ ਦੇ ਵੱਡੇ ਭਰਾ ਸਰਦਾਰ ਜਗੀਰ ਸਿੰਘ ਵੀ ਫੌਜ ਵਿੱਚ ਡਿਊਟੀ ਕਰਿਆ ਕਰਦੇ ਸਨ ਤੇ ਫਰਾਂਸ ਦੀ ਲੜਾਈ ਵੇਲੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਆਪ ਜੀ ਦੇ ਪੜਦਾਦਾ ਸਰਦਾਰ ਹੁਕਮ ਸਿੰਘ ਪਿੰਡ ਦੇ ਲੰਬੜਦਾਰ ਸਨ। ਆਪ ਜੀ ਨੇ ਮਹਾਰਾਸ਼ਟਰ ਵਿੱਚ 3 ਸਾਲ ਤੱਕ ਫੌਜੀ ਜਵਾਨਾਂ ਨੂੰ ਟ੍ਰੇਨਿੰਗ ਵੀ ਦਿੱਤੀ। 1970 ਵਿੱਚ ਆਪ ਜੀ ਫੌਜ ਦੀ ਡਿਊਟੀ ਤੋਂ ਸੇਵਾ ਮੁਕਤ ਹੋਏ। ਸਨ 1971 ਤੋਂ 1973 ਤੱਕ ਆਪ ਜੀ ਨੇ NCC ਵਿੱਚ ਡਿਊਟੀ ਕੀਤੀ। उन्नीस सौ 65 ਵਿੱਚ ਆਪ ਜੀ ਦਾ ਵਿਆਹ ਸਰਦਾਰਨੀ ਸੁਰਜੀਤ ਕੌਰ ਹੋਣਾ ਨਾਲ ਇੱਕ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ। ਆਪ ਜੀ ਦੇ ਘਰ ਵਿੱਚ 4 ਬੱਚਿਆਂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ ਤੇ ਨਾਲ ਹੀ ਗੁਰਮਤ ਵਿਚਾਰਾਂ ਨਾਲ ਵੀ ਜੋੜਿਆ। ਫੌਜ ਦੀ ਡਿਊਟੀ ਤੋਂ ਸੇਵਾ ਮੁਕਤ ਹੋ ਕੇ ਆਪ ਜੀ ਗਵਾਲੀਅਰ ਜਾ ਕੇ ਰਹਿਣ ਲੱਗੇ ਤੇ ਉੱਥੇ ਹੀ ਜਾ ਕੇ ਖੇਤੀਬਾੜੀ ਕਰਨ ਲੱਗੇ। ਪਰ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਲਈ ਆਪ ਜੀ ਮੁੜ ਪੰਜਾਬ ਆ ਕੇ ਆਸੀ ਕਲਾਂ ਰਹਿਣ ਲੱਗੇ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਵੱਡੇ ਸੁਪੁੱਤਰ ਸਰਦਾਰ ਸੁਰਿੰਦਰ ਸਿੰਘ ਜੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ, ਜਦਕਿ ਆਪ ਜੀ ਦੇ ਦੂਸਰੇ ਸੁਪੁੱਤਰ ਰਾਜਵੀਰ ਸਿੰਘ ਕੈਨੇਡਾ ਦੀ ਧਰਤੀ ਤੇ ਸੈੱਟ ਹਨ। ਆਪ ਜੀ ਦੀ ਬੇਟੀ ਗੁਰਪ੍ਰੀਤ ਕੌਰ ਵੀ ਪੜ੍ਹੇ ਲਿਖੇ ਪਰਿਵਾਰ ਵਿੱਚ ਸੈੱਟ ਹੈ ਤੇ ਆਪ ਜੀ ਦੀ ਛੋਟੀ ਬੇਟੀ ਹਰਪ੍ਰੀਤ ਕੌਰ ਵੀ ਆਪਣੇ ਕਾਰੋਬਾਰ ਵਿੱਚ ਸੈੱਟ ਹਨ। ਆਪ ਜੀ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਤੇ ਗੁਰਮਤ ਵਿਚਾਰਾਂ ਨਾਲ ਜੋੜ ਕੇ ਰੱਖਿਆ। ਸਨ 1999 ਵਿੱਚ ਆਪ ਜੀ ਇੰਗਲੈਂਡ ਚਲੇ ਗਏ ਤੇ 29 ਸਾਲ ਆਪ ਜੀ ਇੰਗਲੈਂਡ ਵਿੱਚ ਹੀ ਰਹੇ। 2018 ਵਿੱਚ ਵਾਪਸ ਆ ਕੇ ਆਪ ਪਿੰਡ ਆਸੀ ਕਲਾਂ ਵਿਖੇ ਰਹਿਣ ਲੱਗੇ। ਆਪ ਜੀ ਹਮੇਸ਼ਾ ਹੀ ਨਾਮ ਸਿਮਰਨ ਨਾਲ ਜੁੜੇ ਰਹਿੰਦੇ ਸਨ ਅਤੇ ਪਰਮਾਤਮਾ ਦੇ ਘਰ ਪ੍ਰਤੀ ਆਪ ਜੀ ਸੱਚੇ ਸ਼ਰਧਾਵਾਨ ਸਨ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਆਸੀ ਕਲਾਂ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
ਖਾਤੀ ਦੇਤੀ ਕਰ ਲਿਓ ਨੇਤੇ ਪੰਗ ਜਵਾਨ ਮੈਂ ਕੋਈ ਖਾਤੀ ਦੇਤੀ ਕਰ ਲਿਓ ਕੋਈ ਖਾਤੀ ਮਨ ਮੁਖ ਚਲੇ
मूल गवाए जियो मन मुख चले मूल गवाए जियो मुख
जन्म सफल हो जाएगा। अपना जन्म सफल करके गए ने, इसे तरह ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਪਾਤਸ਼ਾਹ ਜੀ ਕਿਰਪਾ ਕਰਨੀ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਪਿਆਰਿਓ, ਐਸੇ ਪਿਤਾ ਦਾ ਚਲੇ ਜਾਣਾ ਜਿਹਨੇ ਵਧੀਆ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਕੀਤਾ, ਲੇਕਿਨ ਉਮਰ ਜਿੰਨੀ ਮਰਜ਼ੀ ਹੋਵੇ, ਕਿਉਂਕਿ ਆਪਣੇ ਪਿਤਾ ਦੀ ਮੌਤ ਦਾ ਜਿਹੜਾ ਦੁੱਖ ਜਿਹੜਾ ਹੁੰਦਾ ਹੈ। ਜਿਨ੍ਹਾਂ ਬੱਚਿਆਂ ਦੇ ਕੋਲ ਪਿਤਾ ਚਲੇ ਗਏ, ਠੀਕ ਹੈ ਜ਼ਿਆਦਾ ਉਮਰ ਦੇ ਨਾਲ ਅਸੀਂ ਮੰਨਦੇ ਹਾਂ ਕਿ ਜਿਹੜਾ ਦੁੱਖ ਘਟਦਾ ਹੈ, ਲੇਕਿਨ ਬੱਚਿਆਂ ਦੇ ਕੋਲੋਂ ਜਿਹੜਾ ਪਿਤਾ ਚਲੇ ਜਾਣਾ, ਰਿਸ਼ਤੇਦਾਰਾਂ ਦੇ ਕੋਲੋਂ, ਸਕੇ ਸੋਹਣੀਆਂ ਦੇ ਕੋਲੋਂ, ਮਿੱਤਰ ਦੋਸਤਾਂ ਦੇ ਕੋਲ, ਉਹ ਜਿਹੜੇ ਪ੍ਰਾਣੀ ਗਏ ਨੇ, ਜਿਹੜਾ ਦੁੱਖ ਉਹਨਾਂ ਦਾ ਹੁੰਦਾ ਹੈ। ਇਸ ਕਰਕੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ। ਇਹੀ ਅਰਦਾਸ ਬੇਨਤੀ ਕਰਨੀ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਦੇ ਦੁਗਣਾ ਰਾਗ ਚੌਕੜੀ ਤਰੱਕੀ ਬਖਸ਼ਿਸ਼ ਕਰਨੀ। ਪਰਿਵਾਰ ਨੂੰ ਇਸੇ ਤਰ੍ਹਾਂ ਬਲ ਔਰ ਉਦਮ ਬਖਸ਼ਣਾ, ਜਿਵੇਂ ਕਿ ਪਿੰਡ ਦੇ ਕਾਰਜ ਦੇ ਵਿੱਚ ਉਹ ਬਹੁਤ ਸਹਾਇਤਾ ਕਰਦੇ ਸਨ। ਬੱਚਿਆਂ ਨੂੰ ਪੜ੍ਹਾਈ ਵਾਸਤੇ, ਧਾਰਮਿਕ ਵਿੱਦਿਆ ਵਾਸਤੇ ਇਸੇ ਤਰ੍ਹਾਂ ਪਰਿਵਾਰ ਜਿਹੜਾ ਜੁੜਿਆ ਰਹੇ ਤੇ ਇਸੇ ਤਰ੍ਹਾਂ ਜਿਹੜੀ ਮਾਇਕ ਤੌਰ ਤੇ ਬੱਚਿਆਂ ਦੀ ਮਦਦ ਕਰਦੇ ਨੇ, ਉਹ ਕਰਦੇ ਰਹਿਣ। ਇਹ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਪਿਆਰਿਓ, ਦੱਸ ਰਿਹਾ ਨੂੰ ਗੁਰਦੁਆਰਾ ਅਮਰਜੀਤ ਸਾਹਿਬ ਆਲਮਗੀਰ ਸਾਹਿਬ ਤੋਂ ਪਰਿਵਾਰ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਨੇ ਕਿਹਾ ਸੀ ਭਾਈ ਆ ਕੇ ਸੰਗਤਾਂ ਦੇ ਦਰਸ਼ਨ ਕਰਨੇ ਨੇ। ਧੰਨਵਾਦ ਹੈ। ਦੱਸ ਰਿਹਾ ਕੋਲੋਂ ਕੀਰਤਨ ਕਰਦਿਆਂ ਦੇ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੀ ਹੈ। ਆਪ ਜੀ ਦਾ ਫਰਮਾਨ ਹੈ ਜੀ, ਜੋ ਆਇਆ ਸੋ ਚੱਲ ਸੀ,
ਸਭ ਕੋਈ ਆਈ ਵਾਰੀ ਹੈ ਦੇ ਮਹਾਂਭਾਗਾਂ ਅਨੁਸਾਰ ਆਪ ਜੀ ਦੇ ਚਰਨ ਸੇਵਕ ਸਰਦਾਰ ਜਗਦੇਵ ਸਿੰਘ ਜੀ ਹੋਰਾਂ ਨੂੰ ਸਤਿਗੁਰੂ ਜੀ ਆਪ ਜੀਆਂ ਨੇ ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਮੰਡਲ ਵਿੱਚ ਭੇਜਿਆ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸੰਸਾਰ ਦੇ ਵਿੱਚੋਂ ਆਪ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ। ਪਿਛਲੇ ਦਿਨਾਂ ਦੇ ਵਿੱਚ ਸਤਿਗੁਰੂ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪ ਜੀ ਦੀ ਧੁਰਕੀ ਬਾਣੀ ਦੇ ਅੰਮ੍ਰਿਤ ਵੇਲੇ ਭੋਗ ਪਵਾਏ ਨੇ। ਉਪਰੰਤ ਆਪ ਜੀ ਦੀ ਹਜ਼ੂਰੀ ਦੇ ਵਿੱਚ ਹਰੀ ਜਸ ਕੀਰਤਨ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ, ਕੀਰਤਨ ਕਰਦਿਆਂ, ਪਾਠ ਕਰਦਿਆਂ, ਸੇਵਾ ਸਿਮਰਨ ਕਰਦਿਆਂ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬਾਣੀ ਪੜ੍ਹੀ ਸੁਣੀ ਦਾ ਸੱਚਖੰਡ ਪ੍ਰਵਾਨ ਕਰਨੀ। ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਪੜ੍ਹੀ ਸੁਣੀ ਦਾ ਫਲ ਭਾਵ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ। ਸਰਦਾਰ ਜਗਦੇਵ ਸਿੰਘ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਸਾਰੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਦੇ ਜਾਈ ਮਹਾਂਭਾਗਾਂ ਅਨੁਸਾਰ ਜੋ ਵੀ ਪੁੰਨ ਦਾਨ ਕੀਤਾ ਹੈ ਸਤਿਗੁਰੂ ਜੀ ਉਹਦਾ ਫਲ ਭਾਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ। ਕਿਰਪਾ ਕਰਨੀ। ਸੇਵਕ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ। ਦਿਨ ਦੁਗਣਾ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ। ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਦੂਰ ਕਰਨੇ। ਹਰ ਮੈਦਾਨੇ ਹਰ ਜੀਵਾਨੇ ਫਤਿਹ ਬਖਸ਼ਿਸ਼ ਕਰਨੀ। ਸਿੱਖੀ ਨਾਮਦਾਨ ਦੇ ਨਾਲ ਪਿਆਰ ਬਖਸ਼ਿਸ਼ ਕਰਨਾ। ਬਾਣੀ ਦਾ ਓਟ ਆਸਰਾ ਸਤਿਗੁਰੂ ਪਰਿਵਾਰ ਨੂੰ ਬਖਸ਼ਿਸ਼ ਕਰਨਾ। ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਣਾ। ਨਾਮ ਬਾਣੀ ਦਾ ਓਟ ਆਸਰਾ, ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ। ਸੇਵਕ ਪਰਿਵਾਰ ਵੱਲੋਂ ਪੰਚਮ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਵੀ ਸਦਕੇ ਹਾਜ਼ਰ ਹੈ। ਆਪ ਜੀ ਦਾ ਪ੍ਰਵਾਨ ਹੋਇਆ ਪ੍ਰਸ਼ਾਦ ਸਿੱਖ ਸੰਗਤਾਂ ਵਿੱਚ ਵਰਤੇ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜਪੇ ਆਈਆਂ ਹੋਈਆਂ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਦਰ ਭੇਟਾ ਪ੍ਰਵਾਨ ਕਰਨੀਆਂ। ਸਭ ਸਰਬੱਤ ਸੰਗਤਾਂ ਦੇ ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਦੂਰ ਕਰਨੇ। ਕਰੋ ਕਿਰਪਾ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ। ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ। ਚੜ੍ਹਦੀ ਕਲਾ ਤੇਰੇ ਠਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਨਾਮ ਧਨ ਨਿਰਮਲ ਆਖੇ ਅਪਾਰਾ। ਗੁਰ ਕੈ ਸ਼ਬਦ ਭਰੀ ਭੰਡਾਰਾ। ਨਾਮ ਧਨ ਬਿਨ ਹੋਰ ਸਭ ਵਿਖ ਜਾਣ। ਮਾਇਆ ਮੋਹ ਜਲੇ ਅਵਮਾਨ। ਗੁਰਮੁਖ ਹਰ ਰਸ ਚਾਖੈ ਕੋਈ। ਤਿਸ ਸਦਾ ਆਨੰਦ ਹੋਏ ਦਿਨ ਰਾਤੀ। ਪੂਰੇ ਭਾਗ ਪ੍ਰਾਪਤ ਹੋਏ ਰਹਾਉ। ਸ਼ਬਦ ਦੀਪਕ ਵਰਤੇ ਤਹਿ ਲੋਈ। ਜੋ ਚਾਖੈ ਸੋ ਨਿਰਮਲ ਹੋਈ। ਨਿਰਮਲ ਨਾਮ ਹਉਮੈ ਮਲ ਧੋਈ। ਸਾਚੀ ਭਗਤ ਸਦਾ ਸੁਖ ਹੋਈ। ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ। ਜਿਸ ਸਦਾ ਹਰਖ ਨਾਹੀ ਕਦੇ ਸੋਗ। ਆਪ ਮੁਕਤ ਅਵਰਾ ਮੁਕਤ ਕਰਾਵੈ। ਹਰ ਨਾਮ ਜਪੈ ਹਰ ਤੇ ਸੁਖ ਪਾਵੈ। ਬਿਨ ਸਤਿਗੁਰ ਸਭ ਮੋਈ ਬਿਲਾਈ। ਅਨ ਦਿਨ ਰਾਜੈ ਸ਼ਾਂਤ ਨਾ ਪਾਈ। ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਈ। ਨਾਨਕ ਨਾਮ ਸਾਧ ਸੁਖ ਪਾਈ। ਬਿਨ ਸਤਿਗੁਰ ਸਭ ਕੋਈ ਬਿਰਲਾਈ। ਅਨ ਦਿਨ ਰਾਜੈ ਸ਼ਾਂਤ ਨਾ
ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਈ। ਨਾਨਕ ਨਾਮ ਸਾਤ ਸੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੁੱਖ ਦੀ ਘੜੀ ਦੇ ਅੰਦਰ ਅਸੀਂ ਭਾਈ ਜਗਦੇਵ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ ਤੇ ਇਹ ਪਿੰਡ ਦਾ ਜੁੜ ਬੈਠਾ ਇਕੱਠ ਸਾਨੂੰ ਇਸ ਚੀਜ਼ ਦਾ ਸਬੂਤ ਹੈ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਪਹਿਲਾਂ ਤਾਂ ਅਸੀਂ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਹੈ ਵੀ ਉਹ ਬੱਚਿਆਂ ਨੇ ਘਰ ਦੇ ਵਿੱਚ ਮਿਲ ਜੁਲ ਕੇ ਸਹਿਜ ਪਾਠ ਦੀ ਆਰੰਭਤਾ ਕੀਤੀ ਸੀ ਤੇ ਉਹਨਾਂ ਦੇ ਸੰਪੂਰਨ ਸਵੇਰੇ ਭੋਗ ਪਾਏ ਗਏ। ਤੇ ਦੂਸਰਾ ਭਾਈ ਮੇਜਰ ਸਿੰਘ ਜੀ ਉਹਨਾਂ ਨੇ ਜੋ ਕਿ ਵਾਹਿਗੁਰੂ ਕੋਲੋਂ ਬਹੁਤ ਇਹਨਾਂ ਦੇ ਵਿੱਚ ਚੜ੍ਹਦੀ ਕਲਾ ਪ੍ਰਮਾਤਮਾ ਦੀ, ਉਹਨਾਂ ਨੇ ਵਿਸਤਾਰਪੂਰਵਕ ਸਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਏ ਇਸ ਸੰਸਾਰ ਦੇ ਅੰਦਰ, ਭਾਵੇਂ ਕਿ ਪਿੰਡ ਦੇ ਅੰਦਰ ਉਹਨਾਂ ਨੂੰ ਰਹਿਣ ਦਾ ਬਹੁਤ ਹੀ ਘੱਟ ਸਮਾਂ ਪ੍ਰਾਪਤ ਹੋਇਆ। ਮੈਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਜੋ ਵਿਚਾਰ ਨੇ ਉਹ ਸਾਂਝੇ ਕਰਨਾ ਚਾਹੁੰਦਾ ਹਾਂ। ਉਹਨਾਂ ਦਾ ਜਨਮ 1927 ਨੂੰ ਪਾਕਿਸਤਾਨ ਵਿਖੇ ਹੋਇਆ। ਉਹ ਆਪ 5 ਭਰਾ ਤੇ 3 ਭੈਣਾਂ ਸਨ। ਇੱਥੇ ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਸਮੇਤ ਪਿੰਡ ਆਸੀ ਕਲਾਂ ਵਿਖੇ ਆ ਗਏ। ਸੰਨ 47 ਤੋਂ ਬਾਅਦ 49 ਦੇ ਵਿੱਚ ਉਹਨਾਂ ਨੇ ਫੌਜ ਦੇ ਵਿੱਚ ਭਰਤੀ ਹੋਏ। 20 ਸਾਲ ਬੜੀ ਹੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਫੌਜ ਦੇ ਅੰਦਰ ਸੇਵਾ ਕੀਤੀ। ਸੰਨ 70 ਦੇ ਵਿੱਚ ਰਿਟਾਇਰਮੈਂਟ ਹੋਣ ਤੋਂ ਬਾਅਦ 3 ਸਾਲ ਉਹਨਾਂ ਨੇ ਬੱਚਿਆਂ ਦੇ NCC ਦੇ ਆਪਦਾ ਟਾਈਮ ਲਾਇਆ। ਉਹ ਬਹੁਤ ਹੀ ਚੰਗੇ ਸੁਭਾਅ ਦੇ ਸਨ। ਉਹਨਾਂ ਦਾ ਪਰਿਵਾਰ ਹੈ ਜੋ ਅੱਗੇ ਉਹਨਾਂ ਦੇ 2 ਬੇਟੇ 2 ਬੇਟੀਆਂ, ਉਹਨਾਂ ਤੇ ਵੀ ਬੜੀ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ। ਤੇ ਆਪ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੈ ਕਿ ਉਹਨਾਂ ਦਾ ਜੋ ਇੱਕ ਬੇਟਾ ਰਾਜਵੀਰ ਸਿੰਘ ਜੋ ਕੈਨੇਡਾ ਵਿਖੇ ਹੈ, ਬੜੀ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਹੈ ਉਸ ਪਰਿਵਾਰ ਦੇ ਉੱਤੇ। ਤੇ ਉਹ ਹਮੇਸ਼ਾ ਪਿੰਡ ਦੇ ਵਿੱਚ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਵਿਚਰਦੇ ਰਹੇ ਨੇ। ਤੇ ਪਿਤਾ ਜੀ ਵੀ ਤਕਰੀਬਨ 29 ਸਾਲ ਉਸ ਤੋਂ ਬਾਅਦ NCC ਤੋਂ ਬਾਅਦ ਉਹ ਗਵਾਲੀਅਰ ਤੋਂ ਆਪਣੇ ਪਰਿਵਾਰ ਨੂੰ ਪੰਜਾਬ ਦੇ ਨਾਲ ਜੋੜਨਾ ਚਾਹੁੰਦੇ ਸੀ। ਆਪਦੇ ਪਿੰਡ ਆ ਗਏ। ਪਿੰਡ ਤੋਂ ਬਾਅਦ ਉਹ 89 ਦੇ ਵਿੱਚ ਇੰਗਲੈਂਡ ਚਲੇ ਗਏ। ਤਕਰੀਬਨ ਜ਼ਿੰਦਗੀ ਦਾ 30 ਸਾਲ ਅਰਸਾ ਉਹਨਾਂ ਨੇ ਇੰਗਲੈਂਡ ਦੇ ਵਿੱਚ ਗੁਜ਼ਾਰਿਆ ਆਪਣੀ ਬੇਟੀ ਦੇ ਕੋਲ, ਪਰਿਵਾਰ ਦੇ ਕੋਲ। ਸੰਨ 18 ਦੇ ਵਿੱਚ ਹੀ ਉਹ ਪਿੰਡ ਆਏ ਸੀ। ਪਿੰਡ ਉਹਨਾਂ ਨੂੰ ਰਹਿਣ ਦਾ ਬਹੁਤ ਹੀ ਘੱਟ ਜੋ ਸਮਾਂ ਪ੍ਰਾਪਤ ਹੋਇਆ, ਪਰ ਉਹਨਾਂ ਦੇ ਪਰਿਵਾਰ ਦੀ ਸਾਡੇ ਪਿੰਡ ਨੂੰ ਜੋ ਦੇਣ ਹੈ, ਮੈਂ ਇਹ ਸੋਚਦਾ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਬਿਲਕੁਲ ਵੀ ਇਸ ਰੱਤੀ ਭਰ ਝੂਠ ਨਹੀਂ ਹੈ ਕਿ ਜੇ ਇਹੋ ਜਿਹੇ 5-4 ਪਰਿਵਾਰ ਹੋਰ ਪਿੰਡ ਦੇ ਵਿੱਚ ਹੋਣ ਤਾਂ ਜਿਹੜਾ ਪਿੰਡ ਦਾ ਬਦਲਾਅ ਆ ਉਹ ਨਿਸ਼ਚਿਤ ਹੈ। ਇੱਕ ਦਿਨ ਦਾਸ ਨੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕੀਤੀ। ਭਾਈ ਰਾਜਵੀਰ ਸਿੰਘ ਮੇਰੇ ਬਹੁਤ ਵਧੀਆ ਦੋਸਤ ਨੇ। ਉੱਥੋਂ ਵੀ ਹਰ ਰੋਜ਼ ਅਸੀਂ WhatsApp ਤੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਾਂ। ਪਿੰਡ ਦੇ ਵਿੱਚ ਨਸ਼ਿਆਂ ਦੇ ਪ੍ਰਤੀ ਰੈਲੀ ਦਾ ਇੱਕ ਆਯੋਜਨ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਦੇ ਨਾਲ ਵਿਚਾਰ ਹੋਈ, ਬੈਠ ਕੇ ਘਰ ਬੈਠ ਕੇ ਮੈਨੂੰ ਕਹਿੰਦੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। ਜਾਣੀ ਉਹਨਾਂ ਦੇ ਮਨ ਦੀ ਮੈਂ ਚਿੰਤਾ ਨਹੀਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੇ ਮਨ ਦੇ ਅੰਦਰ ਕਿਹੋ ਜਿਹੇ ਬਲਬਲੇ ਨੇ ਜਿਹੜੇ ਆਪਣੇ ਪੰਜਾਬ ਦੇ ਪ੍ਰਤੀ ਜਿਹੜੇ NRI ਬੈਠੇ ਨੇ, ਵੀ ਇਹ ਪੰਜਾਬ ਦੀ ਦਿਸ਼ਾ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਹੈ। ਤੇ ਅਫਸੋਸ ਸਾਡਾ ਪਿੰਡ ਵੀ ਕਿੱਧਰ ਨੂੰ ਚਲਿਆ ਜਾ ਰਿਹਾ ਵੀ ਅੱਜ ਤੁਹਾਨੂੰ ਸਕੂਲੀ ਬੱਚਿਆਂ ਨੂੰ ਜਿਹੜੀਆਂ ਤਾਕਤੀਆਂ ਪੜਾਉਣੀਆਂ ਪਈਆਂ ਨਸ਼ਿਆਂ ਦੇ ਖਿਲਾਫ। ਉਹ ਕਹਿੰਦੇ ਕਿਉਂ ਨਾ ਇੱਕ ਆਪਾਂ ਇਸ ਤਰ੍ਹਾਂ ਦਾ ਉਪਰਾਲਾ ਕਰੀਏ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ
ਇਹਨਾਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਚਾ ਲਿਆ ਜਾਵੇ। ਤਾਂ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਹੀ ਇੱਕ ਭਾਈ ਸ਼ਿੰਗਾਰਾ ਸਿੰਘ, ਭਾਈ ਸ਼ਿੰਦਰ ਸਿੰਘ ਜੀ ਬੈਠੇ ਨੇ ਤੇ ਭਾਈ ਅਮਰਜੀਤ ਸਿੰਘ, ਸ਼ੇਰ ਸਿੰਘ, ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਨੇ ਇੱਕੋ ਦਮ ਆਪਣੀ ਆਰਥਿਕ ਤੌਰ ਤੇ 10,000 ਰੁਪਏ ਮਦਦ ਉਸ ਟਾਈਮ ਤੇ ਉਸ ਤੋਂ ਬਾਅਦ ਵੀ ਉਹ ਮਦਦ ਦਿੰਦੇ ਰਹੇ ਨੇ ਤਾਂ ਕਿ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਿਆ ਜਾਵੇ। ਜੇ ਬੱਚੇ ਗੁਰਮਤਿ ਦੇ ਨਾਲ ਜੁੜ ਜਾਣਗੇ ਤਾਂ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਨਸ਼ਿਆਂ ਤੋਂ ਬਚ ਜੂਗੀ। ਤਾਂ ਜਿਹੜੀ ਅੱਜ ਅਸੀਂ ਗੁਰਦੁਆਰਾ ਸਾਹਿਬ ਬੈਠੇ ਆ, ਜਿਹੜੇ ਵੱਡੇ ਬਜ਼ੁਰਗ ਬੈਠੇ ਆ, ਤਾਂ ਕਿਤੇ ਇਹ ਨਾ ਹੋਵੇ ਜੋ ਹਾਲ ਅੱਜ ਚੱਲ ਰਿਹਾ ਪੰਜਾਬ ਦਾ, ਖਾਸ ਕਰਕੇ ਇੱਕ ਸਾਡੇ ਉੱਤੇ ਧੱਬਾ ਰੱਖ ਚੁੱਕਿਆ ਸੀ ਕਿ ਪੰਜਾਬੀ ਜਿਹੜੇ ਨਸ਼ੀਲੇ ਆਦੀ ਹੋ ਚੁੱਕੇ ਨੇ ਤੇ ਜੇ ਇਹੋ ਜਿਹੇ ਪਰਿਵਾਰ ਅੱਗੇ ਹੋਣ ਤਾਂ ਅਸੀਂ ਇਹ ਬਚ ਸਕਦੇ ਹਾਂ। ਤਾਂ ਕਿ ਜਿਹੜੇ ਅਸੀਂ ਬੈਠੇ ਆ ਤਾਂ ਅਸੀਂ ਕਿਤੇ ਕੱਲ੍ਹ ਨੂੰ ਆਉਣ ਵਾਲੇ ਟਾਈਮ ਇਹ ਨਾ ਹੋਵੇ ਵੀ ਅਸੀਂ ਨਾਨੀਆਂ ਦਾਦੇ ਦਾਦੀ ਬਣਨ ਨੂੰ ਤਰਸ ਜੀਏ। ਅੱਜ ਦੇ ਹਾਲਾਤ ਨੇ ਜੋ ਇਹ ਹੋਏ ਪਏ ਨੇ ਤੇ ਇਸ ਕਰਕੇ ਮੈਂ ਤਾਂ ਇਹੋ ਹੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਪਰਿਵਾਰ ਦੇ ਨਾਲ ਆਓ, ਅੱਜ ਸਾਨੂੰ ਜੁੜਨ ਦੀ ਜ਼ਰੂਰਤ ਹੈ। ਉਹਨਾਂ ਨੇ ਅੱਜ ਸਵੇਰੇ ਵੀ ਮੇਰੇ ਨਾਲ ਗੱਲ ਕੀਤੀ ਹੈ, ਕੱਲ੍ਹ ਵੀ ਸਵੇਰੇ ਗੱਲ ਕੀਤੀ ਹੈ। ਉਹ ਇੱਥੇ ਬੱਚਿਆਂ ਦੇ ਜਿਹੜਾ ਹੈਗਾ ਸਾਡੇ ਕੀਰਤਨ ਵਾਲੇ ਬੱਚਿਆਂ ਦੇ ਵਾਸਤੇ ਇੱਕ ਧਾਰਮਿਕ ਗਿਆਨ ਪ੍ਰਚਾਰ ਸਭਾ ਕਮੇਟੀ ਚਲਾਈ ਗਈ ਹੈ। ਉਹਦੇ ਲਈ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ। ਉਹ ਇਹ ਕਹਿ ਰਹੇ ਸੀ ਕਿ ਹਰ ਘਰ ਦੇ ਵਿੱਚੋਂ ਆਉਣ ਵਾਲੀ ਜਨਰੇਸ਼ਨ ਦੇ ਵਿੱਚੋਂ ਨਵੇਂ ਬੱਚੇ ਜੋ ਗੁਰੂ ਗ੍ਰੰਥ ਸਾਹਿਬ ਨਾਲ ਸ਼ਬਦ ਦੇ ਨਾਲ ਜੁੜੇ ਜਾਣ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਤੇ ਸਾਡੇ ਘਰ ਪਰਿਵਾਰ ਦਾ ਭਵਿੱਖ ਇੱਕ ਚੰਗਾ ਹੋ ਸਕੇ। ਤੇ ਇਹੋ ਹੀ ਉਹਨਾਂ ਦੀ ਮੇਨ ਸੋਚ ਹੈ। ਇਹ ਵੀ ਉਹਨਾਂ ਦੇ ਪਿਤਾ ਜੀ ਦੀ ਸੋਚ ਸੀ। ਇਹ ਉਹ ਸਵੇਰੇ ਭੈਣ ਜੀ ਨਾਲ ਗੱਲਾਂ ਹੋਈਆਂ ਬੈਠ ਕੇ, ਉਹਨਾਂ ਦੀ ਵੀ ਇਹੋ ਸੋਚ ਹੈ। ਬਹੁਤ ਵਧੀਆ ਪਰਿਵਾਰ ਹੈ। ਮੈਂ ਚਾਹੁੰਦਾ ਵੀ ਕਿਰਪਾ ਕਰਕੇ ਇਹੋ ਜਿਹੇ ਪਰਿਵਾਰ ਦੇ ਨਾਲ ਜੁੜੋ ਤਾਂ ਕਿ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੈ ਜਿਹੜੇ ਮਾਂ ਪਿਓ ਨੂੰ ਚਿੰਤਤ ਨਾ ਹੋਣਾ ਪਵੇ ਤੇ ਉਹਨਾਂ ਦਾ ਜਿਹੜੀ ਜ਼ਿੰਦਗੀ ਆ ਆਪਣੀ ਗਾਹਾਂ ਦੋ ਬੱਚੇ ਪਰਿਵਾਰ, ਦੋ ਬੇਟੀਆਂ, ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੈੱਟ ਨੇ ਤੇ ਉਹਨਾਂ ਦਾ ਜਿਹੜਾ ਨਾਨਕਾ ਪਰਿਵਾਰ ਹੈ ਉਹ ਆਪਣੇ ਇਲਾਕੇ ਦੇ ਮੰਨੇ ਹੋਏ ਸਮਾਜ ਸੇਵੀ ਨੇ। ਸਰਦਾਰ ਜਗਪਾਲ ਸਿੰਘ ਜੀ ਘਮੂੜਾ ਤੇ ਉਹਨਾਂ ਦੇ ਸੁਪੁੱਤਰ ਬੈਠੇ ਨੇ ਸਰਦਾਰ ਜਸਵੀਰ ਸਿੰਘ ਜੀ ਜੱਸੀ। ਉਹ ਇੱਥੋਂ ਆਪਣੇ ਹਲਕੇ ਦੇ MLA ਦੀ ਨੁਮਾਇੰਦਗੀ ਵੀ ਕੀਤੀ ਉਹਨਾਂ ਨੇ ਤੇ ਨਾਰਨਵਾਲ ਸਕੂਲ ਦੇ ਵਿੱਚ ਇਹ ਪਰਿਵਾਰ ਨੂੰ ਕੁਦਰਤੀ ਜਿਸ ਤਰ੍ਹਾਂ ਹੁੰਦਾ ਮਿਲੀ ਹੋਈ ਹੈ ਇਹ ਕੁਦਰਤੀ ਪਰਿਵਾਰ ਨੂੰ ਕਿ ਬੱਚਿਆਂ ਦੇ ਪ੍ਰਤੀ ਜਾਂ ਇਸ ਸਮਾਜ ਦੇ ਪ੍ਰਤੀ ਇਹ ਚਿੰਤਾ ਰੱਖਦੇ ਨੇ। ਨਾਰਨਵਾਲ ਸਕੂਲ ਨੂੰ ਬਹੁਤ ਵੱਡੀ ਦੇਣ ਹੈ ਇਸ ਪਰਿਵਾਰ ਦੀ। ਉਹ ਸਾਡੇ ਵਿਚਾਰ 'ਚ ਬੈਠੇ ਨੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਸਰਦਾਰ ਜਗਦੇਵ ਸਿੰਘ ਜੀ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਜਸਵੀਰ ਸਿੰਘ ਜੀ ਜੱਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਹਾੜਾ ਇੱਕ ਬੜਾ ਦੁਖਦਾਇਕ ਦਿਨ ਹੈ। ਤਾਇਆ ਜੀ ਜਗਦੇਵ ਸਿੰਘ ਜੀ ਦਾ ਜਾਣਾ ਇੱਕ ਬੜੀ ਅਣਹੋਣੀ ਖਬਰ ਹੈ ਆਪਣੇ ਸਾਰਿਆਂ ਲਈ, ਲੇਕਿਨ ਖਾਸ ਕਰਕੇ ਗਰੇਵਾਲ ਪਰਿਵਾਰ ਲਈ। ਸਾਡਾ ਤਾਂ ਗੂੜਾ ਰਿਸ਼ਤਾ ਤੇ 92 ਸਾਲ ਕੋਈ ਛੋਟੀ ਉਮਰ ਨਹੀਂ, ਵਧੀਆ ਉਮਰ ਭੋਗ ਕੇ ਗਏ ਨੇ ਤਾਇਆ ਜੀ, ਰਿਸਪੈਕਟ ਬਣਾ ਕੇ ਗਏ ਨੇ ਪਿੰਡ ਦੇ ਵਿੱਚ ਤੇ ਕੌਮ ਦੇ ਵਿੱਚ। ਪਰਿਵਾਰ ਲਈ ਵਧੀਆ ਬੇਸ, ਪਰਿਵਾਰ ਇੱਥੇ ਵੀ ਸੈੱਟ ਆ, ਪਰਿਵਾਰ UK ਵੀ ਸੈੱਟ ਆ, ਪਰਿਵਾਰ ਕੈਨੇਡਾ ਵੀ ਸੈੱਟ ਆ। ਹਰੇਕ ਇਨਸਾਨ ਨੂੰ ਗੁੱਸਾ ਆਉਂਦਾ, ਲੇਕਿਨ ਕਦੇ ਤਾਏ ਦੇ ਮੂੰਹੋਂ ਮੈਂ ਕਦੇ ਤਿੱਖੇ ਲਫ਼ਜ਼ ਨਹੀਂ ਸੁਣ ਸਕਿਆ, ਕਦੇ ਉਹਨਾਂ ਨੂੰ ਮੈਂ ਗੁੱਸੇ ਨਹੀਂ ਦੇਖਿਆ। ਹਮੇਸ਼ਾ ਜਦੋਂ ਵੀ ਮਿਲਦੇ ਸੀਗੇ ਹੱਸ ਕੇ ਮਿਲਦੇ ਸੀਗੇ। ਇੱਕ ਅੱਛੀ ਸੋਚ ਦੇ ਇਨਸਾਨ ਜਿਨ੍ਹਾਂ ਦੀ ਗਿਣਤੀ ਘੱਟ ਰਹੀ ਆ, ਜਿਨ੍ਹਾਂ ਦੀ ਆਪਾਂ ਸਾਰਿਆਂ ਨੂੰ ਲੋੜ ਹੈ। ਉਹ ਵੀ ਚਾਹੁੰਦੇ ਸੀਗੇ ਵੀ ਸਮਾਂ ਹੋਰ ਨਾ ਜਾਂਦਾ, ਲੇਕਿਨ ਇਸ ਮੌਕੇ ਤੇ ਵਾਹਿਗੁਰੂ ਜੀ ਦੀ ਹੋਰ ਮਰਜ਼ੀ ਸੀ।
ਸਾਡੇ ਨਾਲ ਤਾਂ ਯੂਕੇ ਤਕਰੀਬਨ 30 ਸਾਲ ਰਹੇ ਨੇ। ਉਨੀ ਮੁਲਾਕਾਤ ਮੇਰੀ ਤਾਇਆ ਜੀ ਨਾਲ 50 ਚ ਨਹੀਂ ਹੋਈ ਜਿੰਨੀ ਮੇਰੀ ਉਹਨਾਂ ਨਾਲ ਮੁਲਾਕਾਤ ਯੂਕੇ ਚ ਹੋਈ ਸੀ। ਇੱਕ ਵਧੀਆ ਸੋਚਦੇ ਇਨਸਾਨ ਆਪਣਾ ਸਾਥ ਛੱਡ ਕੇ ਆਪਾਂ ਸਾਰੇ ਅੱਜ ਵੱਡੀ ਗਿਣਤੀ ਦੁੱਖ ਦੀ ਘੜੀ ਇਕੱਤਰ ਹੋਏ ਹਾਂ। ਮੈਂ ਸਾਰੀ ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਾ ਵੀ ਤੁਸੀਂ ਆਪਦੇ ਕੰਮ ਕਾਜ ਛੱਡ ਕੇ ਇਸ ਮੌਕੇ ਤੇ ਇਕੱਤਰ ਹੋਏ। ਬੇਨਤੀ ਕਰਦਾ ਲੰਗਰ ਤਿਆਰ ਆ, ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਲੰਗਰ ਜ਼ਰੂਰ ਛਕੇ ਜਾਣ। ਸਾਡੇ ਆਏ ਹੋਏ ਨੇ ਜਿਹੜੇ ਫੋਟੋ ਜੀ ਟੋਰਾਂਟੋ ਤੋਂ ਸਰਦਾਰ ਮਗਰ ਸਿੰਘ ਜੀ, ਉਹ ਵੀ ਆਪਣੇ ਸ਼ਾਮ ਨੂੰ ਨੇ। ਸਾਰੇ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ, ਸਰਪੰਚ, ਪੰਚ, ਸਾਬਕਾ ਸਰਪੰਚ, ਸਾਬਕਾ ਪੰਚ ਸਾਰੇ ਇਕੱਤਰ ਹੋਏ। ਇਹ ਕੋਈ ਸਿਆਸੀ ਮੌਕਾ ਨਹੀਂ, ਲੇਕਿਨ ਅੱਜ ਦੇ ਭੋਗ ਦੇ ਘਰ ਤੋਂ ਇਹ ਪਤਾ ਲੱਗਾ ਵੀ ਸਰਦਾਰ ਜਗਦੇਵ ਸਿੰਘ ਜੀ ਮੇਰੇ ਤਾਇਆ ਜੀ ਪਿੰਡ ਦੇ ਵਿੱਚ ਤੇ ਕੌਮ ਦੇ ਵਿੱਚ ਇੱਕ ਵਧੀਆ ਨਾਮ ਬਣਾ ਕੇ ਗਏ ਨੇ। ਅੰਤ ਵਿੱਚ ਮੈਂ ਆਪ ਦੇ ਵੱਲੋਂ, ਰੂੜਾ ਪਰਿਵਾਰ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਸੱਚਾ ਪਾਤਸ਼ਾਹ ਇਸ ਸੋਗ ਭਰੇ ਦਿਨ ਤੋਂ ਬਾਅਦ ਗਰੇਵਾਲ ਪਰਿਵਾਰ ਦਾ ਖਿਆਲ ਰੱਖਣਾ, ਸਾਥ ਦੇਣਾ, ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵੀਰ ਸਿੰਘ ਜੀ ਜੱਸੀ ਨੂੜਾ ਪਰਿਵਾਰ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ, ਕਿਉਂਕਿ ਇਹ ਤਾਂ ਇਹਨਾਂ ਦਾ ਆਪਦਾ ਹੀ ਪਰਿਵਾਰ ਹੈ। ਸਰਦਾਰ ਮੱਘਰ ਸਿੰਘ ਜੀ ਉਹਨਾਂ ਦਾ ਤੇ ਹੋਰ ਵੀ ਰਾਜਨੀਤਿਕ ਪਾਰਟੀਆਂ ਦੇ ਕਾਫੀ ਇੱਥੇ ਲੀਡਰ ਸਾਹਿਬਾਨ ਪਹੁੰਚੇ ਨੇ ਤੇ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ, ਕਿਉਂਕਿ ਪਰਿਵਾਰ ਵੱਲੋਂ ਪਹਿਲਾਂ ਹੀ ਇਹ ਹੁਕਮ ਹੋ ਚੁੱਕਿਆ ਸੀ ਕਿ ਅਸੀਂ ਕੋਈ ਸ਼ਰਧਾਂਜਲੀ ਸਮਾਗਮ ਜਿਹੜਾ ਉਹ ਨਹੀਂ ਰੱਖਣਾ। ਪਰਿਵਾਰ ਦੀ ਤਰਫੋਂ ਸਰਦਾਰ ਜਗਦੇਵ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਕਾਫੀ ਜਿਹੜੀ ਮਾਇਆ ਹੈ ਉਹ ਧਾਰਮਿਕ ਸੰਸਥਾਵਾਂ ਨੂੰ ਭੇਟ ਕੀਤੀ ਗਈ ਹੈ। ਕੀਰਤਨ ਵਾਲੇ ਬੱਚੇ ਨੇ ਜਿਹੜੇ ਸਾਡੇ ਨਵੀਂ ਜਨਰੇਸ਼ਨ ਹੈ, ਉਹਨਾਂ ਦੇ ਵਾਸਤੇ ਧਰਮ ਗਿਆਨ ਪ੍ਰਚਾਰ ਸਭਾ ਕਮੇਟੀ ਹੈ, ਉਹਦੇ ਵਾਸਤੇ ਪਰਿਵਾਰ ਦੀ ਤਰਫੋਂ 50,000 ਰੁਪਇਆ ਦਿੱਤਾ ਜਾਂਦਾ ਹੈ। ਉਹਨਾਂ ਨੇ ਪਹਿਲਾਂ ਵੀ ਬੜੀ ਮਾਇਕ ਸਹਾਇਤਾ ਜਿਹੜੀ ਦਿੱਤੀ ਹੈ ਤੇ ਮੈਂ ਸਰਦਾਰ ਸ਼ਿੰਗਾਰਾ ਸਿੰਘ ਜੀ ਨੂੰ ਮੰਗੂੰਗੀ। ਸਾਡੇ ਪਿੰਡ ਆਸੀ ਕਲਾਂ ਦੀ ਮਸਜਿਦ ਵਾਸਤੇ ਪਰਿਵਾਰ ਦੀ ਤਰਫੋਂ 1100 ਰੁਪਇਆ, ਮੰਦਰ ਦੀ ਲਈ 1100 ਰੁਪਇਆ, ਬਾਹਰਲਾ ਗੁਰਦੁਆਰਾ ਸਾਹਿਬ ਵਾਸਤੇ 5100 ਰੁਪਇਆ, ਗੁਰਦੁਆਰਾ ਸਾਹਿਬ ਲੰਗਰ ਭੱਤੀ ਜਿੱਥੇ ਆਪਾਂ ਸੰਗਤ ਜਿਹੜੀ ਵਿਰਾਜਮਾਨ ਆ ਉਹਦੇ ਲਈ 5100 ਰੁਪਇਆ ਭੇਟ ਕੀਤੇ ਗਏ ਤੇ 30 ਗੱਦੇ ਤੇ ਚਾਦਰਾਂ ਸੇਵਾ ਕਰਵਾਈ ਗਈ ਹੈ ਸਰਦਾਰ ਜਗਦੇਵ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ। ਤੇ ਅੰਤ ਦੇ ਵਿੱਚ ਪਰਿਵਾਰ ਦੀ ਤਰਫੋਂ ਆਈ ਸੰਗਤ ਦਾ, ਰਿਸ਼ਤੇਦਾਰਾਂ ਦਾ, ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਦੁੱਖ ਦੀ ਘੜੀ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਸ਼ਰੀਕ ਹੋਏ। ਤੇ ਪਰਿਵਾਰ ਵੱਲੋਂ ਇੱਕ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਦੇਗ ਵਰਤਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਸਾਰੇ ਜੋ ਉਤਵੰਤੇ ਸੱਜਣ ਆਏ ਨੇ ਉਹ ਲੰਗਰ ਜ਼ਰੂਰ ਛਕ ਕੇ ਜਾਣ। ਅੰਤ ਵਿੱਚ ਦੁਆਰਾ ਪਰਿਵਾਰ ਦੀ ਤਰਫੋਂ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।